सो गाइस ਅੱਜ ਦੀ ਆਪਾਂ ਇਸ ਵੀਡੀਓ ਦੇ ਵਿੱਚ ਰਾਈਟਿੰਗ ਟਾਸਕ 2 ਡਿਸਕਸ ਕਰਨ ਲੱਗੇ ਹਾਂ ਤੇ ਜਿਹੜਾ ਟੌਪਿਕ ਹੈ ਉਹ ਹੈ ਸਾਡਾ ਬੱਚਿਆਂ ਤੇ ਓਕੇ ਦ ਸਟੇਟਮੈਂਟ ਇਜ਼ ਸਮ ਪੀਪਲ ਸੇ that smacking children ਕੁਝ ਲੋਕ ਵਾ ਉਹ ਕਹਿੰਦੇ ਵਾ ਕਿ smacking ਮਤਲਬ ਬੱਚਿਆਂ ਨੂੰ ਪਨਿਸ਼ ਕਰਨਾ ਬੱਚਿਆਂ ਨੂੰ ਕੁੱਟਣਾ is the best way to discipline children ਇਹ ਸਭ ਤੋਂ ਵਧੀਆ ਤਰੀਕਾ ਹੈ ਬੈਸਟ ਇਹ ਸਭ ਤੋਂ ਵਧੀਆ ਤਰੀਕਾ ਵਾ ਕਿ ਬੱਚਿਆਂ ਨੂੰ ਡਿਸਪਲਿਨਡ ਬਣਾਉਣ ਦਾ ਕਿ ਉਹ ਜਿਆਦਾ ਵਧੀਆ ਬਿਹੇਵ ਕਰਨ ਡਿਸਪਲਿਨਡ ਬਣ ਓਕੇ ਟੂ ਵਾਟ ਐਕਸਟੈਂਟ ਡੂ ਯੂ ਅਗਰੀ ਔਰ ਡਿਸਐਗਰੀ ਟੂ ਵਾਟ ਐਕਸਟੈਂਟ ਡੂ ਯੂ ਅਗਰੀ ਔਰ ਡਿਸਐਗਰੀ ਓਕੇ ਹੁਣ ਇਹ ਹੈ ਜੀ ਸਾਡੇ ਕੋਲ ਸਾਡੀ ਐਸੇ ਟਾਈਪ ਓਕੇ ਇਸ ਦੇ ਵਿੱਚ ਐਕਸਟੈਂਟ ਜਿਹੜਾ ਹੈ ਉਹ ਦਿੱਤਾ ਹੋਇਆ ਹੈ ਜਦੋਂ ਐਕਸਟੈਂਟ ਦਿੱਤਾ ਹੋਵੇ ਐਕਸਟੈਂਟ ਦੱਸਣਾ ਬੜਾ ਜ਼ਰੂਰੀ ਹੈ ਤੁਸੀਂ ਪਾਰਸ਼ਲੀ ਹੋ ਕੰਪਲੀਟਲੀ ਹੋ ਜਾਂ ਫਿਰ ਕੁਝ ਵੀ ਹੈ you guys are supposed to mention extent ਆਉਣ ਵਾਲੇ ਨਾ ਵੈਸੇ extent ਤੇ ਐਸੇ ਲਿਖਣਾ ਬੇਸਿਕਲੀ ਇੱਕ ਆਰਟ ਹੈ ਆਉਣ ਵਾਲੇ ਜਿਹੜੇ ਟੌਪਿਕਸ ਹੋਣਗੇ ਆਪਾਂ ਵਾਟ ਆਬਵੀਅਸ ਉਹਨਾਂ ਦੇ ਵਿੱਚ extent ਨੂੰ ਲੈ ਕੇ ਇੱਕ ਫੁੱਲ ਫਲੈਸ਼ਡ ਵੀਡੀਓ ਬਣਾਵਾਂਗੇ ਜਿਹਦੇ ਵਿੱਚ ਕੀ extent ਨੂੰ ਬੜੀ ਤਰੀਕੇ ਦੇ ਨਾਲ ਕਲੀਅਰ ਕੀਤਾ ਜਾਵੇਗਾ ਓਕੇ ਮੈਂ ਕਿਹਾ ਕਿ ਹੁਣ ਆਪਾਂ ਟੌਪਿਕ ਡਿਸਕਸ ਕਰਦੇ ਹਾਂ some people ਆਪਾਂ ਇਸ ਨੂੰ ਪੈਰਾਫਰੇਜ਼ ਕਰਦੇ ਹਾਂ ਇੰਟਰੋਡਕਸ਼ਨ ਲਿਖਾਂਗੇ ਫਿਰ ਐਕਸਟੈਂਟ ਦੇ ਹਿਸਾਬ ਦੇ ਨਾਲ ਤੁਸੀਂ ਅਗਰੀ ਲਿਖਣਾ ਹੈ ਪਾਰਸ਼ਲੀ ਜਾਣਾ ਹੈ ਜਾਂ ਡਿਸਐਗਰੀ ਲਿਖਣਾ ਹੈ ਵਿਲ ਸੀ ਟੂ that some people ਮੈਂ ਕਿ some people ਨੂੰ ਆਪਾਂ handful of individuals few masses small proportion of individuals ਤੇ ਕਹਿ ਸਕਦੇ ਹਾਂ ਪਰ ਇਸ ਟੌਪਿਕ ਦੇ ਵਿੱਚ ਆਪਾਂ ਇਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਲੋਕ ਕੌਣ ਹਨ ਜਿਹੜੇ ਇਹ ਗੱਲ ਕਹਿੰਦੇ ਪਏ ਹਨ ਕਿ ਬੱਚਿਆਂ ਨੂੰ ਸਜ਼ਾ ਦਿਓ ਤੇ ਬੱਚੇ ਬਹੁਤ ਡਿਸਪਲਿਨਡ ਬਣਦੇ ਹਨ ਓਕੇ ਮੈਂ ਕਹਾਂਗਾ ਇਹ ਹੈਗੇ ਵਾ ਹੈਂਡਫੁਲ ਆਫ ਸਾਈਕੋਲੋਜਿਸਟਸ ਇਹ ਹੈਗੇ ਵਾ ਜੀ ਹੈਂਡਫੁਲ ਆਫ ਸਾਈਕੋਲੋਜਿਸਟ ਜਿਹੜੇ ਕਹਿੰਦੇ ਪਏ ਆ ਓਕੇ ਹੁਣ ਜਦੋਂ ਹੀ ਮੈਂ ਸਾਈਕੋਲੋਜਿਸਟ ਲਿਖਿਆ ਮੇਰਾ ਐਸੇ ਜਿਹੜਾ ਸੀਗਾ ਜਿਹੜੀ ਮੇਰੀ ਇੰਟਰੋਡਕਸ਼ਨ ਸੀਗੀ ਉਹ ਜ਼ਿਆਦਾ ਇਫੈਕਟਿਵ ਬਣਨੀ ਸ਼ੁਰੂ ਹੋਈ ਕੰਸੀਡਰ that smacking that punishing body paragraph 1 2 ਦੇ ਲਈ beating ਆਦ give punishment punish ਵਰਗੇ ਸ਼ਬਦ ਵੀ ਆ ਜਾਣਗੇ children ਹੁਣ children ਨੂੰ ਆਪਾਂ youngsters ਲਿਖ ਦਵਾਂਗੇ tiny tots ਲਿਖ ਦਵਾਂਗੇ ਓਕੇ young generation ਲਿਖ ਦਵਾਂਗੇ ਓਕੇ it's the best ਓਕੇ ਵੇ ਬੈਸਟ ਨੂੰ ਲਿਖਣਾ ਹੈ ਤੇ ਆਪਾਂ ਲਿਖਾਂਗੇ the most effective ਵੇ ਨੂੰ ਕਹਿ ਦਵਾਂਗੇ method to discipline children to edify children ਦੇ ਬਹੁਤ ਸਾਰੇ synonyms ਆਪਾਂ ਇੱਥੇ ਵੀ ਕੀਤੇ I don't think so ਉਸ ਨੂੰ ਲਿਖਣ ਦੀ ਜ਼ਰੂਰਤ ਹੈ okay yeah it is the most effective method to make them behave well ਮੈਂ ਇਸ ਤਰੀਕੇ ਦੇ ਨਾਲ ਵੀ ਲਿਖ ਸਕਦਾ ਹਾਂ ਮੈਨੂੰ ਲੱਗਦਾ ਕਿ ਮੇਰੀ ਇੰਟਰੋਡਕਸ਼ਨ ਇਟ ਇਜ਼ ਮੋਰ ਦੈਨ ਕੰਪਲੀਟ ਇੰਟਰੋਡਕਸ਼ਨ ਦੇ ਵਿੱਚ ਕੀ ਆਇਆ handful of psychologists consider that punishing youngsters is the most effective method to make them behave well ਜਾਂ ਫਿਰ handful of psychologists consider that punishing youngsters is the most effective method to edify them full stop children ਨੂੰ ਇੱਥੇ them ਵੀ ਲਿਖ ਸਕਦੇ ਹਾਂ okay ਹੁਣ ਮੇਰੀ ਇੰਟਰੋਡਕਸ਼ਨ ਜਿਹੜੀ ਹੈ ਇਟ ਇਜ਼ ਮੋਰ ਦੈਨ ਕੰਪਲੀਟ ਜੇ ਮੈਂ ਇੰਟਰੋਡਕਸ਼ਨ ਨੂੰ ਪਲੇ ਕਰਾਂ ਜਿਸ ਦੀ ਤੁਸੀਂ ਸਕਰੀਨਸ਼ਾਟ ਲੈ ਸਕਦੇ ਜੇ ਆਪਣੇ ਕੋਲ ਲਿਖ ਕੇ ਰੱਖ ਸਕਦੇ ਜੇ ਦੋ ਤਰੀਕੇ ਦੀ ਇੰਟਰੋਡਕਸ਼ਨ ਜਿਹੜੀ ਹੈ ਲਿਖੀ ਹੋਈ ਇੱਕ ਐਕਟਿਵ ਚ ਲਿਖੀ ਹੋਈ ਇੱਕ ਪੈਸਿਵ ਦੇ ਵਿੱਚ ਲਿਖੀ ਹੋਈ ਆ okay it is considered by few psychologists that giving punishment to youngster is the prominent ਹੁਣ ਮੈਂ best ਨੂੰ prominent ਕਹਿ ਦਿੱਤਾ ਵੇ ਨੂੰ ਮੈਥਡ to make them behave well ਹੁਣ ਮੈਂ ਇਸ ਦੇ ਨਾਲ ਪੂਰਨ ਤੌਰ ਤੇ ਡਿਸਐਗਰੀ ਹਾਂ ਹੁਣ ਮੈਂ ਪੂਰਨ ਤੌਰ ਤੇ ਡਿਸਐਗਰੀ ਹਾਂ ਮੈਂ ਐਕਸਟੈਂਡ ਦੱਸਣਾ ਮੈਂ ਕਿ ਆਈ ਹੋਲ ਹਾਰਟਡਲੀ ਐਕਸਟੈਂਡ ਆ ਗਿਆ ਡੀਕਰਾਈ ਮੈਂ ਫਿਰ ਕਹਿੰਦਾ ਹਾਂ ਮੈਂ ਇਸ ਐਸੇ ਦਾ ਆਥਰ ਹਾਂ ਮੈਂ ਇਸ ਨੂੰ ਕੰਪਲੀਟਲੀ ਡਿਸਐਗਰੀ ਲਿਖ ਰਿਹਾ ਹਾਂ ਹੋ ਸਕਦਾ ਤੁਸੀਂ ਕੰਪਲੀਟਲੀ ਐਗਰੀ ਲਿਖੋ ਜਾਂ ਫਿਰ ਤੁਸੀਂ ਪਾਰਸ਼ਲੀ ਲਿਖੋ ਇਟਸ ਅਪ ਟੂ ਯੂ ਆਈਡੀਆ ਜਿਹੜੀ ਵੀ ਚੀਜ਼ ਤੁਸੀਂ ਲਿਖੋਗੇ ਉਸ ਨੂੰ ਜਸਟੀਫਾਈ ਕਰਦੇ ਜਾਣਾ ਹੈ ਦੈਟ ਇਜ਼ ਇਟ ਓਕੇ ਹੁਣ ਮੈਂ ਇਸ ਦੇ ਵਿੱਚ ਮੈਂ ਇਸ ਦੇ ਨਾਲ ਉਲਟ ਚੱਲ ਰਿਹਾ ਸੀ ਵੱਖਰਾ ਚੱਲ ਰਿਹਾ ਸੀਗਾ ਮੈਂ ਹਾਊਐਵਰ ਦੇ ਨਾਲ ਸ਼ੁਰੂ ਮੈਂ ਕਿਹਾ ਹਾਊਐਵਰ ਮੈਂ ਕਿਹਾ ਪਰ
मैं इसकी जेकर पंजाबी करा, मैं क्या मन्निया जाता है बहुत सारे साइकोलॉजिस्ट द्वारा कि पनिशमेंट देना यंगस्टर्स ਨੂੰ ਪ੍ਰੋਮੀਨੈਂਟ ਮੈਥਡ ਵਾ ਉਹਨਾਂ ਨੂੰ ਬਿਹੇਵ ਉਹਨਾਂ ਤੋਂ ਵਧੀਆ ਕਰਵਾਉਣ ਦਾ। ਠੀਕ ਹੈ, ਪਰ ਮੈਂ ਪੂਰਨ ਤੌਰ ਤੇ ਡਿਸਐਗਰੀ ਹਾਂ ਉੱਪਰ ਦਿੱਤੀ ਹੋਈ ਸਟੇਟਮੈਂਟ ਦੇ ਨਾਲ ਅਤੇ ਮੈਂ ਇਸ ਨੂੰ ਜਸਟੀਫਾਈ ਕਰਾਂਗਾ ਆਉਣ ਵਾਲੇ ਪੈਰਾਗ੍ਰਾਫਸ ਦੇ ਵਿੱਚ। ਦੈਟਸ ਇਟ। मैं रत्ती पर भी बाहर नहीं गया। Okay, the another introduction, what does it says? To make tiny tots behave well, because जो tiny tots behave well कराना है, punishments are considered the most effective method by few psychologists। मैं उसे चीज नू इस तरीके दे नाल लिख दिता, मतलब depends, it depends on the horizon of your thinking कि तुसी किस तरीके दे नाल इसनू लिखना चाहते हो। ਤੁਸੀਂ ਕੋਈ ਵੀ ਸ਼ਬਦ ਪਿਕ ਕਰਕੇ ਵੀ ਤੁਸੀਂ ਸਟੇਟਮੈਂਟ ਬਣਾ ਸਕਦੇ ਹੋ। ਇੰਟਰੋਡਕਸ਼ਨ ਦਾ ਮੁੱਦਾ ਕੀ ਹੈ? ਜੋ ਸਟੇਟਮੈਂਟ ਹੈ ਇੰਟਰੋਡਕਸ਼ਨ ਦਾ ਅਰਥ ਉਹੀ ਹੋਣਾ ਚਾਹੀਦਾ ਹੈ। ਓਕੇ, ਮੀਨਿੰਗ ਉਹੀ ਹੋਣਾ ਚਾਹੀਦਾ ਹੈ। ਓਕੇ, ਆ ਵਾਲਾ ਜਿਹੜਾ ਐਸੇ ਹੈ, what I have done, ਤੁਹਾਡੇ ਦੇ ਲਈ ਮੈਂ ਪੂਰੇ ਦਾ ਪੂਰਾ ਐਸੇ ਲਿਖਿਆ ਹੋਇਆ ਹੈ। I feel like ਕਿ it is very important ਮੈਂ ਤੁਹਾਨੂੰ ਇੱਕ ਦੋ ਐਸੇ ਲਿਖ ਕੇ ਵੀ ਦਵਾਂ ਪੂਰਨ ਤੌਰ ਤੇ, ਜਿਹਦੇ ਵਿੱਚ ਪਤਾ ਲੱਗੇ ਕਿ ਹਾਂ ਮਤਲਬ ਚੀਜ਼ਾਂ ਕਿੰਨੀਆਂ। ਆ ਜਿਹੜਾ ਐਸੇ ਹੈ ਮੈਂ ਲਿਖਿਆ ਹੋਇਆ, ਇਟ ਇਜ਼ ਆਫ 7 ਬੈਂਡਸ। ਕੁਝ ਗਲਤੀਆਂ ਵੀ ਹੋਣਗੀਆਂ, ਕੁਝ ਅਧੂਰੇ ਥਾਟ ਵੀ ਹੋਣਗੇ, ਬਟ ਸਟਿਲ ਤੁਹਾਨੂੰ ਪਤਾ ਲੱਗੇਗਾ ਕਿਸ ਤਰ੍ਹਾਂ ਆਸਾਨ ਤਰੀਕੇ ਦੇ ਨਾਲ ਲਿਖ ਕੇ ਵੀ ਮਤਲਬ ਜਿਹੜਾ ਸੀਗਾ ਅਸੀਂ ਆਪਣੀਆਂ ਚੀਜ਼ਾਂ ਨੂੰ ਪੂਰਾ ਕਰ ਸਕਦੇ ਹਾਂ। ਮੈਂ ਐਸੇ ਨੂੰ ਸ਼ੁਰੂ ਕਰਨ ਤੋਂ ਪਹਿਲਾਂ 4 ਪੈਰਾਮੀਟਰ ਲਿਖਾਂਗੇ: ਗ੍ਰਾਮਰ, ਲੈਕਸੀਕਲ ਰਿਸੋਰਸਿਸ, ਕੋਹਰੈਂਸ ਐਂਡ ਕੋਹੀਸ਼ਨ ਐਂਡ ਟਾਸਕ ਰਿਸਪੌਂਸ। ਓਕੇ, टास्क रिस्पॉन्स मैं पूर्ण तौर पर डिसएग्री होया, जो उन्होंने कहा इंट्रोडक्शन तो बाहर नहीं गया। ग्रामेटिकल एरर मैं उन्होंने ही दिता सारा कुछ लिखा है, ग्रामेटिकल एरर होने के चांसेस नहीं। कोहेरेंस एंड कोहीशन मैं हाउएवर लिखा सीगा पहले वाली इंट्रोडक्शन में, उसका भी ध्यान रखा। लैक्सिकल रिसोर्सिस रेपिटेशन मैं की ही नहीं गे, मतलब मैं वेखा तो मैंने इंट्रोडक्शन के फुल नंबर मिले हुए हैं, फुल बेंच मिले हुए वा। ओके, लेट्स स्टार्ट विद आवर बॉडी पैराग्राफ 1। ओके, मैं पूर्ण तौर पे एग्री सी, सॉरी डिसएग्री सीगा। मैं टू बिगिन विद शुरुआत करो, देयर आर मेनी रीजंस दैट चिल्ड्रन शुड नॉट बी पनिश्ड। मैं बहुत सारे कारण हैं कि बच्चों को पनिश नहीं करना चाहिए। फर्स्टली सब तो पहला मेरा मार्कर आया। फर्स्टली मैं क्या चिल्ड्रन नु महसूस कराउंदे वा, इट मेक्स चिल्ड्रन फील हेल्पलेस एंड लो स्टीम। मैं क्या उन्होंने महसूस होंदा कि हेल्पलेस वा ते बड़े ही लो स्टीम वा। दे एक्सेप्ट, मैं कोई एक्सेप्ट कर लेने पनिशमेंट ਜਿਹੜੀ ਵਾ ਉਹ ਪਾਰਟ ਵਾ ਉਹਨਾਂ ਦੀ ਡੇਲੀ ਰੂਟੀਨ ਦਾ। ਆਪਾਂ ਦੇਖਦੇ ਹੀ ਹਾਂ ਜਿੰਨਾ ਬੱਚੇ ਨੂੰ ਜ਼ਿਆਦਾ ਕੁੱਟਿਆ ਜਾਂਦਾ ਹੈ, ਮਤਲਬ ਆਪਣੇ ਹੈਗਾ ਵਾ, ਆਪਾਂ ਆਪਣੇ ਘਰਾਂ ਦੇ ਵਿੱਚ ਸੁਣਦੇ ਹਾਂ ਕਿ ਜਿੰਨਾ ਤੁਸੀਂ ਜ਼ਿਆਦਾ ਕੁੱਟੋਗੇ ਉਨਾ ਹੀ ਜ਼ਿਆਦਾ ਇਹ ਜਿੱਦ ਕਰੇਗਾ। ਇਹ ਉਹ ਸਾਰੀਆਂ ਚੀਜ਼ਾਂ, ਉਹੀ ਸਾਰੀਆਂ ਚੀਜ਼ਾਂ ਮੈਂ ਇੱਥੇ ਲਿਖ ਰਿਹਾ ਵਾਂ। ਮੈਂ ਕਿਹਾ ਕਿ ਚਿਲਡਰਨ ਹੈਲਪਲੈਸ ਲੋ ਸਟੀਮ ਬਣਾਉਂਦਾ ਹਾਂ। एक्सेप्ट कर लेंगे कि पनिशमेंट ਜਿਹੜਾ ਵਾ ਪਾਰਟ ਵਾ ਉਹਨਾਂ ਦੀ ਡੇਲੀ ਰੂਟੀਨ ਦਾ। ਦੇ ਥਿੰਕ, ਸੋਚਦੇ ਵੀ ਕਿ ਆਪਣੇ ਘਰਦਿਆਂ ਦੇ ਲਈ ਇੰਪੋਰਟੈਂਟ ਨਹੀਂਗੇ ਜਾਂ ਫਿਰ ਦੂਸਰੇ ਫੈਮਿਲੀ ਮੈਂਬਰਸ ਦੇ ਲਈ ਇੰਪੋਰਟੈਂਟ ਨਹੀਂਗੇ। ਹੈਂਸ ਮੈਂ ਕਿਹਾ ਜਿਸ ਕਰਕੇ ਜਦੋਂ ਉਹਨਾਂ ਨੇ ਮੰਨ ਹੀ ਲਿਆ ਕਿ ਉਹ ਇੰਪੋਰਟੈਂਟ ਨਹੀਂਗੇ, ਉਹਨਾਂ ਦਾ ਉਹਨਾਂ ਦੀ ਫੈਮਿਲੀ ਦੇ ਨਾਲ ਕੋਈ ਲਿੰਕ ਨਹੀਂ ਹੈ, ਮੈਂ ਕਹੋ ਪਰਫਾਰਮ ਕਰਦੇ ਵਾ ਉਹ ਵਾਲੀਆਂ ਜਿਹੜੀਆਂ ਉਹਨਾਂ ਦੇ ਗਾਰਜੀਅਨਸ ਕਹਿੰਦੇ ਵਾ ਤੁਸੀਂ ਨਹੀਂ ਕਰਨੀਆਂ, ਤੇ ਨਤੀਜੇ ਵਜੋਂ ਦੇ ਬਿਕਮ ਮੋਰ ਸਟਬਬਨ, ਤੇ ਉਹ ਹੋਰ ਜ਼ਿਆਦਾ ਜਿੱਦੀ ਬਣ ਜਾਂਦੇ ਹਨ। ਓਕੇ, ਮੁੱਦਾ ਕੀ ਸੀਗਾ ਮੇਰਾ? ਕੰਪਲੀਟ ਥਾਟ। ਮੈਂ ਜੋ ਵੀ ਚੀਜ਼ ਜਸਟੀਫਾਈ ਕਰ ਰਿਹਾ ਸੀਗਾ ਮੈਂ ਉਸੇ ਨੂੰ ਜਸਟੀਫਾਈ ਕੀਤਾ, ਮੈਂ ਬਾਹਰ ਨਹੀਂ ਗਿਆ। ਮੈਂ ਕੋਹਰੈਂਸ ਐਂਡ ਕੋਹੀਸ਼ਨ ਦਾ ਧਿਆਨ ਰੱਖਿਆ, ਲੈਕਸੀਕਲ ਰਿਸੋਰਸਿਸ ਦਾ ਕੋਈ ਰਿਪੀਟ ਨਹੀਂ ਕੀਤਾ ਕਿ ਮੈਂ ਇੱਕ ਵਾਰ ਪਹਿਲਾਂ ਕਿਹਾ ਹੋਵੇ ਬੱਚਿਆਂ ਨੂੰ ਕੁੱਟਣਾ ਨਹੀਂ ਚਾਹੀਦਾ, ਫਿਰ ਦੂਸਰੀ ਲਾਈਨ ਦੇ ਵਿੱਚ ਨਹੀਂ ਕਿਹਾ ਹੋਵੇ ਕਿ ਮਾਪਿਆਂ ਦੁਆਰਾ ਬੱਚਿਆਂ ਨੂੰ ਕੁੱਟਣਾ ਨਹੀਂ ਚਾਹੀਦਾ, ਬੱਚਿਆਂ ਨੂੰ ਪਿਆਰ ਕਰਨਾ ਚਾਹੀਦਾ ਹੈ, ਇਹ ਉਹ। ਮੈਂ ਇਸ ਤਰ੍ਹਾਂ ਦੀ ਇੱਕੋ ਵਾਲੀਆਂ ਚੀਜ਼ਾਂ ਨਹੀਂ ਲਿਖੀਆਂ, ਮੈਂ ਹਰ ਵਾਰ ਕੁਝ ਵੱਖਰਾ ਲਿਖਿਆ। ਓਕੇ, ਮੇਰਾ ਸੈਕੰਡਲੀ, ਮੈਂ ਕਿਹਾ ਕਿ ਸੈਕੰਡਲੀ ਤੋਂ ਸ਼ੁਰੂ ਕਰਦਾ ਹਾਂ। ਇਟ ਇਫੈਕਟਸ देयर ਬਿਹੇਵੀਅਰ ਨੈਗੇਟਿਵ। ਮੈਂ ਕਿਹਾ ਦੂਸਰਾ ਇਹ ਨਾ ਪ੍ਰਭਾਵ ਪਾਉਂਦਾ ਵਾ ਉਹਨਾਂ ਦੇ ਬਿਹੇਵੀਅਰ ਤੇ ਨੈਗੇਟਿਵਲੀ। ਦੇ ਬਿਕਮ ਵਾਇਲੈਂਟ। ਮੈਂ ਕਿਹਾ ਗੁੱਸੇ ਵਾਲੇ ਤੇ ਸੈਲਫ ਮਾਈਂਡਡ ਬਣ ਜਾਂਦੇ ਹਨ। ਦੇ ਵਰਕ ਅਕੋਰਡਿੰਗ ਟੂ देयर ਚੋਇਸ। ਮੈਂ ਕਿਹਾ ਕਿ ਉਹ ਆਪਣੇ ਹਿਸਾਬ ਕਿਤਾਬ ਦੇ ਨਾਲ ਕੰਮ ਕਰਦੇ ਹਨ। ਵੈਦਰ that work is wrong or correct, ਭਾਵੇਂ ਉਹ ਕੰਮ ਸਹੀ ਹੈ ਜਾਂ ਨਹੀਂ ਆ। they become revengeful। ਮੈਂ ਕਿਹਾ ਬਦਲੇ ਦੀ ਭਾਵਨਾ ਰੱਖਦੇ ਵਾ। hence ਮੈਂ ਕਿਹਾ ਜਿਸ ਕਰਕੇ, ਹੁਣ ਬਦਲੇ ਦੀ ਭਾਵਨਾ ਆਈ ਜਿਸ ਕਰਕੇ ਘਰ ਦੇ ਵਿੱਚ ਚੀਜ਼ਾਂ ਨੂੰ ਤੋੜਨਾ ਸ਼ੁਰੂ ਕਰ ਦਿੰਦੇ ਆ। ਸੋ ਫਿਰ ਮੈਂ ਉਹਨਾਂ ਦਾ ਬਿਹੇਵੀਅਰ ਨੈਗੇਟਿਵ ਕੀਤਾ ਸੀਗਾ, ਉਹਨਾਂ ਨੂੰ ਵਾਇਲੈਂਟ ਬਣਾਇਆ ਸੀਗਾ, ਤੇ ਥਾਟ ਦੇ ਲਾਸਟ ਦੇ ਵਿੱਚ ਮੈਂ ਉਹਨਾਂ ਤੋਂ ਮੈਂ ਕਿਹਾ ਕਿ ਉਹ ਘਰ ਦੀਆਂ ਜਿਹੜੀਆਂ ਚੀਜ਼ਾਂ ਹਨ ਉਹਨਾਂ ਨੂੰ ਤੋੜਦੇ ਹਨ।
ਮਿਰਰਸ ਵਿੰਡੋਜ਼ ਐਟਸੈਟਰਾ। ਓਕੇ, ਹੁਣ ਇਹਨਾਂ ਦੇ ਵਿੱਚ ਵੀ ਮੈਂ ਆਪਣੇ ਜਿਹੜੇ 4 ਪੈਰਾਮੀਟਰ ਸੀਗੇ, ਭਾਵੇਂ ਉਹ ਗ੍ਰਾਮੈਟਿਕਲ ਐਰਰ ਸੀਗੇ, ਭਾਵੇਂ ਕੋਹਰੈਂਸ ਐਂਡ ਕੋਹੀਜ਼ਨ ਸੀਗਾ, ਲੈਕਸੀਕਲ ਰਿਸੋਰਸ, whatever it was, whatever it is, ਮੈਂ ਧਿਆਨ ਰੱਖਿਆ। ਓਕੇ, the third one is thirdly, मेरा बॉडी पैराग्राफ 2 ही शायद तो शुरू हो गया। मैं thirdly it puts adverse impact on their psychology। मैं उन्होंने ਦੇ ਦਿਮਾਗ ਤੇ ਵੀ ਬੜਾ ਬੁਰਾ ਅਸਰ ਪਾਉਂਦਾ। sometimes ਕੁਝ ਕੇਸਿਸ ਦੇ ਵਿੱਚ, ਕਈ ਵਾਰ ਮੈਂ ਕਿਹਾ ਬੱਚੇ ਸੁਸਾਈਡ ਤੱਕ ਕਰਨ ਦੀ ਕੋਸ਼ਿਸ਼ ਕਰਦੇ ਵਾ, ਅਤੇ ਨੰਬਰ ਆਫ ਕੇਸਿਸ ਜਿਹੜੇ ਵਾ ਰਿਕਾਰਡਡ ਵਾ ਜਿਨ੍ਹਾਂ ਦੇ ਵਿੱਚ ਬੱਚਿਆਂ ਨੇ ਆਪਣੀ ਜਾਨ ਤੱਕ ਗਵਾ ਦਿੱਤੀ ਕਿਉਂਕਿ ਪਨਿਸ਼ਮੈਂਟਸ ਨੇ ਉਹਨਾਂ ਨੂੰ ਮੈਂਟਲੀ ਇਲ ਕਰ ਦਿੱਤਾ ਸੀਗਾ, ਡਿਪਰੈਸ ਕਰ ਦਿੱਤਾ ਸੀਗਾ। मैं क्या लास्टली लिबरल्स, मैं क्या ਜਿਹੜੇ ਲਿਬਰਲ ਮਾਡਰਨ ਸੁਸਾਇਟੀਜ਼ ਵਾ ਉਹਦੇ ਵਿੱਚ ਇੱਕ ਅਪਰਾਧ ਵੀ ਹੈ। ਮੈਂ ਕਿਹਾ ਐਗਜ਼ਾਮਪਲ ਦੇ ਤੌਰ ਤੇ ਕੈਨੇਡਾ ਲਾਜ਼ ਵਾ ਸਰਕਾਰ ਦੁਆਰਾ ਬਣਾਏ ਕਿ ਜੇ ਤੁਸੀਂ ਬੱਚਿਆਂ ਨੂੰ ਕੁੱਟਦੇ ਜੇ ਫਿਰ ਤੁਹਾਨੂੰ ਸਜ਼ਾ ਦਿੱਤੀ ਜਾਵੇਗੀ ਅਥਾਰਟੀ ਦੁਆਰਾ। ਮੈਂ ਕਿਹਾ ਸੋ ਸਪੈਂਕਿੰਗ, ਮੈਂ ਕਿਹਾ ਬੱਚਿਆਂ ਨੂੰ ਕੁੱਟਣਾ ਮਾਰਨਾ ਜਿਹੜਾ ਹੈ ਇਟ ਇਜ਼ ਨਾਟ ਦ ਬੈਸਟ ਮੈਥਡ ਟੂ ਐਡੀਫਾਈ them। ਓਕੇ, ਮੈਂ ਇਸ ਨੂੰ ਜਸਟੀਫਾਈ ਕੀਤਾ ਜੋ ਵੀ ਸੀਗਾ, ਜਿਵੇਂ ਵੀ ਸੀਗਾ। ਓਕੇ, ਮੈਂ ਇੱਥੇ ਨਹੀਂ ਰੁਕਿਆ, ਮੈਂ ਕਨਕਲੂਜਨ ਤੇ ਵੀ ਗਿਆ। ਮੈਂ ਕਨਕਲੂਜਨ ਮੈਂ ਕਿ ਟੂ ਪੁੱਟ ਇਟ ਆਲ ਟੁਗੇਦਰ, ਮੈਂ ਕਿ ਸਾਰੀਆਂ ਚੀਜ਼ਾਂ ਨੂੰ ਇਕੱਠਿਆਂ ਕਰਦੇ ਹੋਏ ਇਟ ਇਜ਼ ਕਲੀਅਰ ਫਰਮ ਦ ਅਬਵ ਡਿਸਕਸਡ ਪੁਆਇੰਟਸ। ਮੈਂ ਉੱਪਰ ਜਿਹੜੇ ਪੁਆਇੰਟਸ ਤੇ ਉਹਨਾਂ ਤੋਂ ਕਲੀਅਰ ਹੁੰਦਾ ਹੈ beating kids to make them behave well is not an effective way as it makes them less confident। ਆਪਾਂ ਉੱਪਰ ਕੀਤਾ ਸੀਗਾ low esteemed, angry, violent ਦੀ ਜਗ੍ਹਾ ਤੇ ਲਿਖ ਦਿੱਤਾ mentally unfit, ਆਪਾਂ ਸਾਈਕੋਲੋਜੀ ਦੀ ਜਗ੍ਹਾ ਲਿਖ ਦਿੱਤਾ। ਓਕੇ, why I am saying that it is the essay of 7 or 7.5 band, ਕਿਉਂਕਿ ਇਹਦੇ ਵਿੱਚ ਜੇ ਮੈਂ ਪਾਰਸ਼ਲੀ ਹੁੰਦਾ, ਸਪੋਜ਼ ਮੈਂ ਜਨਰਲ ਟ੍ਰੇਨਿੰਗ ਦਾ ਪੇਪਰ ਦਿੰਦਾ, ਸ਼ਾਇਦ ਮੈਂ ਪਾਰਸ਼ਲੀ ਜਾਂਦਾ, ਉਹਦੇ ਵਿੱਚ ਮੈਂ ਪਾਰਸ਼ਲੀ ਜਾ ਕੇ ਬੜਾ ਕੁਝ, ਮੈਂ ਜਿਸ ਤਰ੍ਹਾਂ ਸ਼ੁਰੂਆਤ ਦੇ ਵਿੱਚ ਕਿਹਾ ਸੀਗਾ ਕਿ ਜਦੋਂ ਆਪਾਂ ਐਕਸਟੈਂਟ ਵਾਲਾ ਐਸੇ ਲਿਖਦੇ ਹਾਂ, ਐਕਸਟੈਂਟ ਵਾਲਾ ਐਸੇ ਲਿਖਣਾ ਹੀ ਆਪਣੇ ਆਪ ਦੇ ਵਿੱਚ ਇੱਕ ਆਰਟ ਹੈ। ਓਕੇ, ਜੇ ਆਪਾਂ ਮੈਂ ਉਸ ਤਰੀਕੇ ਦੇ ਨਾਲ ਲਿਖਾਂ ਕਿ ਮੈਂ ਇਸ ਨੂੰ ਉੱਪਰ ਲੈ ਕੇ ਜਾਣਾ, ਫਿਰ ਮੈਂ ਦੋਹਾਂ ਸਾਈਡਸ ਨੂੰ ਡਿਸਕਸ ਕਰੂੰਗਾ, ਫਿਰ ਉਹਦੇ ਵਿੱਚ ਮੈਂ ਬੜਾ ਕੁਝ ਐਡ ਆਨ ਕਰ ਸਕਦਾ। ਉਹਦੇ ਵਿੱਚ ਮੈਂ ਐਡ ਆਨ ਇਹ ਕਰ ਸਕਦਾ ਹਾਂ, ਡਿਪੈਂਡ ਹੈ ਬੱਚੇ ਡਿਸਪਲਿਨ ਕਿਸ ਤਰ੍ਹਾਂ ਦਾ ਕੁਝ ਗਲਤ ਕਰਦੇ ਪਏ, ਉਹਦੇ ਹਿਸਾਬ ਦੇ ਨਾਲ ਸਜ਼ਾ ਦਿੱਤੀ ਜਾਵੇ ਜਾਂ ਕੁਝ ਵੀ। ਦੇयर ਆਰ ਮੈਨੀ ਥਿੰਗਸ ਜਿਹੜੀਆਂ ਕਿ ਆਪਾਂ ਲਿਖ ਸਕਦੇ ਹਾਂ। ਓਕੇ, ਬਟ ਇਨ ਅ ਸਿੰਪਲੈਸਟ ਵੇ, ਜਿਹਦੇ ਵਿੱਚ ਨੋ ਕੰਟਰਾਡਿਕਸ਼ਨਸ, ਕੋਈ ਕੰਟਰਾਡਿਕਸ਼ਨ ਨਹੀਂ ਆਈ, ਨੋ ਰੈਪੀਟੀਸ਼ਨ, ਕੋਈ ਰੈਪੀਟੀਸ਼ਨ ਨਹੀਂ ਆਈ, ਸਿੰਪਲ ਚੱਲਿਆ। ਠੀਕ ਹੈ, ਆਪਣੇ 4 ਜਿਹੜੇ ਪੈਰਾਮੀਟਰ ਸੀਗੇ ਉਹਨਾਂ ਦਾ ਧਿਆਨ ਰੱਖਿਆ। ਆਈ ਡੋਨਟ ਥਿੰਕ ਸੋ ਕਿ ਟੀਚਰ ਐਗਜ਼ਾਮੀਨਰ ਜਿਹੜੇ ਰਾਈਟਿੰਗ ਤੁਹਾਡੀ ਮਾਰਕ ਕਰਨਗੇ ਉਹਨਾਂ ਨੂੰ ਕੋਈ ਪ੍ਰੋਬਲਮ ਹੋਵੇਗੀ, ਤੁਹਾਨੂੰ 7.5 ਬੈਂਡਸ ਉਹ ਕੱਟ ਦਿੰਦੇ ਆ। ਓਕੇ, ਸਟੇ ਟਿਊਨ ਫॉर ਮੋਰ ਵੀਡੀਓਜ਼। ਇਸੇ ਤਰੀਕੇ ਦੇ ਨਾਲ ਹੋਰ ਵੀ ਬਹੁਤ ਸਾਰੇ ਫੁੱਲ ਐਸੇ ਜਿਹੜੇ ਵਾ ਲਿਖ ਕੇ ਮਤਲਬ ਤੁਹਾਨੂੰ ਮਤਲਬ ਦਿੱਤੇ ਜਾਣਗੇ। ਸੋ ਜਸਟ ਸਟੇ ਟਿਊਨ, ਸਬਸਕ੍ਰਾਈਬ, even share it with your friends too। Thank you guys, thank you so much।